ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਿੰਦਰ ਸਿੰਘ ਫਰੋਮ ਨਾਗੀ ਆਇਲਸ। ਅੱਜ ਮੈਂ ਤੁਹਾਨੂੰ ਗ੍ਰਾਮਰ ਦੀਆਂ ਕੁਝ ਚੀਜ਼ਾਂ ਦੱਸਾਂਗਾ ਜਿਹਦੇ ਵਿੱਚ ਤੁਹਾਨੂੰ ਬਹੁਤ ਹੈਲਪ ਮਿਲੇਗੀ ਔਰ ਉਹ ਹਰ ਇੱਕ ਚੀਜ਼ ਮੈਂ ਤੁਹਾਨੂੰ ਹੌਲੀ ਹੌਲੀ ਤਰੀਕੇ ਦੇ ਨਾਲ ਸਮਝਾਵਾਂਗਾ ਕਿ ਕਿਸ ਤਰ੍ਹਾਂ ਤੁਸੀਂ ਉਹਨੂੰ ਅੱਗੇ ਸੈਂਟੈਂਸਸ ਬਣਾਉਣ ਦੇ ਵਿੱਚ ਇੰਪਲੀਮੈਂਟ ਕਰ ਸਕਦੇ ਜੀ। ਤੇ ਸਭ ਤੋਂ ਪਹਿਲਾਂ ਕੋਈ ਵੀ ਅਗਰ ਸੈਂਟੈਂਸ ਤੁਸੀਂ ਸਟਾਰਟ ਕਰਨਾ ਵਾ ਉਹਦੇ ਵਾਸਤੇ ਤੁਹਾਨੂੰ ਹਮੇਸ਼ਾ ਸਬਜੈਕਟ ਦੀ ਲੋੜ ਪੈਂਦੀ ਹੈ। ਸਬਜੈਕਟ ਦਾ ਮਤਲਬ ਹੁੰਦਾ ਹੈ ਕਿ ਅਸੀਂ ਕਿਹਦੇ ਬਾਰੇ ਗੱਲ ਕਰਨੀ ਹੈ। ਅਸੀਂ ਆਪਣੇ ਬਾਰੇ ਗੱਲ ਕਰਨੀ ਆ ਜਾਂ ਕਿਸੇ ਬਾਰੇ ਗੱਲ ਕਰਨੀ ਆ ਜਾਂ ਜਿਹੜਾ ਸਾਡੇ ਸਾਹਮਣੇ ਖੜਾ ਇਨਸਾਨ ਉਹਦੇ ਬਾਰੇ ਗੱਲ ਕਰਨੀ ਆ। ਸਭ ਤੋਂ ਪਹਿਲਾਂ ਅਸੀਂ ਸਬਜੈਕਟਸ ਵੇਖ ਲਈਏ ਕਿ ਇੰਗਲਿਸ਼ ਦੇ ਵਿੱਚ ਸਬਜੈਕਟਸ ਹੁੰਦੇ ਕਿਹੜੇ-ਕਿਹੜੇ ਨੇ। ਜਿੱਦਾਂ ਸਭ ਤੋਂ ਪਹਿਲਾਂ ਫਸਟ ਪਰਸਨ ਜਿਹਦੇ ਵਿੱਚ ਇੰਗਲਿਸ਼ ਦੇ ਵਿੱਚ ਹੁੰਦਾ ਵਾ ਉਹਨੂੰ ਕਹਿੰਦੇ ਆ ਆਈ। ਆਈ ਹੁੰਦਾ ਹੈ ਸਿਰਫ ਇੱਕ ਜਾਣੇ ਵਾਸਤੇ। ਆਈ ਦਾ ਮਤਲਬ ਮੈਂ। ਹੁਣ ਅਗਰ ਮੰਨ ਲਓ ਕਿ ਮੈਂ ਆਪਣੇ ਹੀ ਇਸੇ ਫਸਟ ਪਰਸਨ ਦੀ ਕੈਟਾਗਰੀ ਦੇ ਵਿੱਚ ਜ਼ਿਆਦਾ ਜਾਣਿਆਂ ਦੀ ਗੱਲ ਕਰਨੀ ਹੋਵੇ ਤੇ ਫਿਰ ਮੈਨੂੰ ਯੂਜ਼ ਕਰਨਾ ਪਏਗਾ ਪਲੂਰਲ। ਇੰਗਲਿਸ਼ ਦੇ ਵਿੱਚ ਹਰ ਇੱਕ ਪਰਸਨ ਦੇ ਵਿੱਚ ਇਹਦੇ ਵਿੱਚ 3 ਪਰਸਨ ਹੁੰਦੇ ਆ, ਫਸਟ, ਸੈਕਿੰਡ ਤੇ ਥਰਡ। ਸੈਕਿੰਡ ਥਰਡ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨੀ ਆ ਮੈਂ। ਅਗਰ ਮੈਂ ਆਪਣੀ ਗੱਲ ਕਰਨੀ ਆ ਤੇ ਫਿਰ ਅਸੀਂ ਸਬਜੈਕਟ ਯੂਜ਼ ਕਰਾਂਗੇ ਆਈ। ਅਗਰ ਅਸੀਂ ਮੰਨ ਲਓ ਕਿ ਜ਼ਿਆਦਾ ਜਾਣਿਆਂ ਦੀ ਗੱਲ ਕਰ ਰਹੇ ਹਾਂ, ਜਿੱਦਾਂ ਕਿ ਮੈਂ ਕਹਿ ਰਿਹਾ ਕਿ ਮੈਂ ਖਾਣਾ ਖਾਂਦਾ ਹਾਂ, ਮੈਂ ਖਾਣਾ ਖਾਂਦਾ ਹਾਂ, ਤੇ ਇਹਦੇ ਵਾਸਤੇ ਮਤਲਬ ਅਸੀਂ ਕੀ ਕਰ ਸਕਦੇ ਹਾਂ, ਆਈ ਯੂਜ਼ ਕਰ ਸਕਦੇ ਹਾਂ ਮੈਂ। ਪਰ ਮੰਨ ਲਓ ਕਿ ਮੇਰੇ ਨਾਲ ਜ਼ਿਆਦਾ ਜਾਣੇ ਖਾਣਾ ਖਾ ਰਹੇ ਆ, ਇਹਦਾ ਮਤਲਬ ਕਿ ਹੁਣ ਮੈਂ ਇਕੱਲਾ ਨਹੀਂ ਰਹਿ ਗਿਆ, ਮੇਰੇ ਨਾਲ ਹੋਰ ਵੀ ਲੋਕ ਹੈਗੇ ਨਾ। ਤੇ ਉਹਨਾਂ ਲੋਕਾਂ ਵਾਸਤੇ ਅਗਰ ਮੈਂ ਸਬਜੈਕਟ ਯੂਜ਼ ਕਰਨਾ ਤੇ ਉਹਦੇ ਵਿੱਚ ਤੁਹਾਡਾ ਸਬਜੈਕਟ ਯੂਜ਼ ਹੋਏਗਾ ਵੀ, ਜਿਹਨੂੰ ਆਪਾਂ ਕਹਿੰਦੇ ਆ ਅਸੀਂ। ਅਸੀਂ ਦੋ ਕੁ ਸੈਂਟੈਂਸ ਬਣਾ ਕੇ ਵੇਖ ਲੈਂਦੇ ਆ ਇਹਨਾਂ ਦੇ। ਜਿਸ ਤਰ੍ਹਾਂ ਮੈਂ ਰੋਜ਼ ਸਵੇਰੇ ਜਲਦੀ ਉੱਠਦਾ ਹਾਂ। ਆਈ ਗੈਟ ਅਪ ਅਰਲੀ ਇਨ ਦ ਮਾਰਨਿੰਗ। ਪਰ ਮੰਨ ਲਓ ਕਿ ਅਗਰ ਮੈਂ ਆਪਣੇ ਬਾਰੇ ਇਕੱਲੇ ਬਾਰੇ ਨਹੀਂ ਗੱਲ ਕਰ ਰਿਹਾ, ਮੈਂ ਜ਼ਿਆਦਾ ਜਾਣਿਆਂ ਬਾਰੇ ਗੱਲ ਕਰ ਰਿਹਾ ਵਾਂ, ਤੇ ਉਹਦੇ ਵਾਸਤੇ ਅਸੀਂ ਵੀ ਯੂਜ਼ ਕਰਾਂਗੇ। ਮੰਨ ਲਓ ਕਿ ਮੈਂ ਔਰ ਮੇਰਾ ਭਰਾ ਵੀ ਨਾਲ ਹੈਗਾ ਹੈ ਤੇ ਮੈਂ ਦੋਵਾਂ ਬਾਰੇ ਗੱਲ ਕਰਨੀ ਹੈ ਕਿ ਅਸੀਂ ਦੋਵੇਂ ਹੀ ਜਲਦੀ ਉੱਠਦੇ ਹਾਂ ਸਵੇਰੇ, ਤੇ ਉਹਦੇ ਵਾਸਤੇ ਅਸੀਂ ਲਗਾਵਾਂਗੇ ਵੀ। ਵੀ ਗੈਟ ਅਪ ਅਰਲੀ ਇਨ ਦ ਮਾਰਨਿੰਗ। ਇਹ ਚੀਜ਼ ਸਭ ਤੋਂ ਪਹਿਲਾਂ ਸਮਝਣੀ ਬਹੁਤ ਜ਼ਰੂਰੀ ਆ, ਕਿਉਂਕਿ ਤੁਸੀਂ ਕੋਈ ਵੀ ਸੈਂਟੈਂਸ ਕ੍ਰੀਏਟ ਕਰਦੇ ਜੇ, ਕੋਈ ਵੀ ਸੈਂਟੈਂਸ ਕ੍ਰੀਏਟ ਕਰਦੇ ਜੇ, ਉਹ ਸੈਂਟੈਂਸ ਤੁਹਾਨੂੰ ਕਿਸੇ ਨਾ ਕਿਸੇ ਸਬਜੈਕਟ ਤੋਂ ਤੇ ਸ਼ੁਰੂ ਕਰਨਾ ਹੀ ਪਏਗਾ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਦੋ ਚੀਜ਼ਾਂ ਮੈਂ ਤੁਹਾਨੂੰ ਦੱਸਤੀਆਂ ਕਿ ਫਸਟ ਪਰਸਨ ਦੇ ਵਿੱਚ ਜਿਹੜਾ ਸਾਡਾ ਸਬਜੈਕਟ ਗਿਣਿਆ ਜਾਏਗਾ ਉਹ ਇੱਕ ਤੇ ਆਈ ਹੁੰਦਾ ਹੈ। ਆਈ ਮਤਲਬ ਅਗਰ ਇਕੱਲੇ ਇਨਸਾਨ ਵਾਸਤੇ ਗੱਲ ਕਰ ਰਹੇ ਹਾਂ ਆਪਾਂ, ਤੇ ਵੀ ਅਗਰ ਆਪਾਂ ਜ਼ਿਆਦਾ ਜਾਣਿਆਂ ਵਾਸਤੇ ਗੱਲ ਕਰਨੀ ਹੈ। ਆਪਾਂ ਇੱਕ ਵਾਰੀ ਫੇਰ ਵੇਖ ਲੈਂਦੇ ਹਾਂ। ਸਪੋਜ਼ ਕਰੋ ਕਿ ਇਹ ਮੈਂ ਇੱਕ ਜਾਣੇ ਬਾਰੇ ਗੱਲ ਕਰ ਰਿਹਾ ਜੋ ਕਿ ਮੈਂ ਆਪਣੇ ਬਾਰੇ ਗੱਲ ਕਰ ਰਿਹਾ। ਹੁਣ ਮੈਂ ਦੋ ਜਾਣਿਆਂ ਬਾਰੇ ਗੱਲ ਕਰ ਰਿਹਾ, ਇੱਕ ਮੈਂ ਤੇ ਇੱਕ ਮੇਰਾ ਬ੍ਰਦਰ। ਹੁਣ ਇਹ ਹੋ ਗਏ ਦੋ ਜਾਣੇ। ਇੱਕ ਨਾਲੋਂ ਜ਼ਿਆਦਾ ਅਗਰ ਇਨਸਾਨ ਹੋ ਜਾਂਦੇ ਆ ਫਸਟ ਪਰਸਨ ਦੇ ਵਿੱਚ ਤੇ ਉਹ ਅਸੀਂ ਵੀ ਦੇ ਨਾਲ ਲਿਖਾਂਗੇ। ਤੇ ਇਹ ਕੀ ਆ ਗਿਆ ਪੰਜਾਬੀ ਦੇ ਵਿੱਚ, ਅਸੀਂ ਜਲਦੀ ਉੱਠਦੇ ਹਾਂ ਸਵੇਰੇ, ਜਾਂ ਅਸੀਂ ਸਵੇਰੇ ਜਲਦੀ ਉੱਠਦੇ ਹਾਂ। ਠੀਕ ਹੈ ਜੀ। ਸਭ ਤੋਂ ਪਹਿਲਾ ਕਨਸੈਪਟ ਤੇ ਇਹ ਹੋਏਗਾ ਕਿ ਫਸਟ ਪਰਸਨ ਦੇ ਵਿੱਚ ਇੱਕ ਤੇ ਸਬਜੈਕਟ ਹੁੰਦਾ ਹੈ ਆਈ। ਅਗਰ ਜ਼ਿਆਦਾ ਜਾਣਿਆਂ ਦੀ ਗੱਲ ਕਰਨੀ ਆ ਤੇ ਫਿਰ ਹੁੰਦਾ ਹੈ ਵੀ, ਜਿਹਨੂੰ ਆਈ ਨੂੰ ਆਪਾਂ ਇੰਗਲਿਸ਼ ਦੇ ਵਿੱਚ ਸਿੰਗੂਲਰ ਦੇ ਨਾਮ ਨਾਲ ਜਾਣਦੇ ਆ। ਸਿੰਗੂਲਰ ਮਤਲਬ ਅਗਰ ਅਸੀਂ ਇੱਕ ਜਾਣੇ ਬਾਰੇ ਗੱਲ ਕਰਨੀ ਹੈ, ਤੇ ਪਲੂਰਲ ਹੁੰਦਾ ਹੈ ਜੀ ਅਗਰ ਜ਼ਿਆਦਾ ਜਾਣਿਆਂ ਵਾਸਤੇ ਗੱਲ ਕਰਨੀ ਹੈ। ਹੁਣ ਇਹ ਸਾਡਾ ਫਸਟ ਪਰਸਨ ਦਾ ਕਨਸੈਪਟ ਹੋ ਗਿਆ ਕਲੀਅਰ। ਹੁਣ ਅਸੀਂ ਚੱਲਦੇ ਹਾਂ ਸੈਕਿੰਡ ਪਰਸਨ ਦੇ ਵੱਲ। ਹੁਣ ਸੈਕਿੰਡ ਪਰਸਨ ਉਹ ਮੰਨਿਆ ਜਾਂਦਾ ਹੈ ਜਿਹਦੇ ਨਾਲ ਆਪਾਂ ਗੱਲ ਕਰ ਰਹੇ ਹੁੰਦੇ ਆ, ਤੇ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ, ਸੈਕਿੰਡ ਪਰਸਨ ਵਾਸਤੇ ਆਪਾਂ ਯੂ ਨੂੰ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਹੁਣ ਅਸੀਂ ਸੈਕਿੰਡ ਪਰਸਨ ਦੀ ਗੱਲ ਕਰਾਂਗੇ। ਸੈਕਿੰਡ ਪਰਸਨ ਮੰਨ ਲਓ ਕਿ ਮੈਂ ਗੱਲ ਕਰ ਰਿਹਾ ਹਾਂ। ਹੁਣ ਮੈਂ ਓਬਵੀਅਸ ਹੈਗਾ ਹੈ ਕਿ ਗੱਲ ਕਿਸੇ ਨਾਲ ਤੇ ਕਰਾਂਗਾ ਹੀ, ਔਰ ਜੋ ਮੇਰੇ ਸਾਹਮਣੇ ਇਨਸਾਨ ਖੜਾ ਹੈਗਾ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਹਾਂ, ਠੀਕ ਹੈ ਜੀ,
ਉਹ ਸਾਡਾ ਗਿਣਿਆ ਜਾਏਗਾ ਇੰਗਲਿਸ਼ ਦੇ ਵਿੱਚ ਸੈਕਿੰਡ ਪਰਸਨ, ਜਿਹਨੂੰ ਆਪਾਂ ਕੀ ਕਹਿੰਦੇ ਆ ਯੂ। ਤੇ ਯੂ ਨੂੰ ਅਸੀਂ ਸਿੰਗੂਲਰ ਦੇ ਵਿੱਚ ਤੂੰ ਦੇ ਨਾਮ ਨਾਲ ਬਣਾਉਂਦੇ ਆ, ਤੂੰ ਕਹਿ ਕੇ। ਤੂੰ ਮਤਲਬ ਸੇਮ ਸੈਕਿੰਡ ਪਰਸਨ ਦੇ ਵਿੱਚ ਜਿਹੜਾ ਬੰਦਾ ਮੇਰੇ ਸਾਹਮਣੇ ਖੜਾ ਹੈ, ਅਗਰ ਤੇ ਉਹ ਇਕੱਲਾ ਹੈਗਾ ਤੇ ਉਹਦੇ ਲਈ ਉਹਨੂੰ ਮੈਂ ਕੀ ਆਵਾਜ਼ ਦੇਵਾਂਗਾ, ਤੂੰ, ਜਿਹਨੂੰ ਆਪਾਂ ਯੂ ਕਹਿ ਸਕਦੇ ਹਾਂ। ਹਾਂ, ਹੁਣ ਇੰਗਲਿਸ਼ ਦੇ ਵਿੱਚ ਇਹ ਸੈਕਿੰਡ ਪਰਸਨ ਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਘੱਟ ਹੈ, ਕਿਉਂਕਿ ਅਗਰ ਤੁਸੀਂ ਜ਼ਿਆਦਾ ਇਨਸਾਨਾਂ ਬਾਰੇ ਗੱਲ ਕਰਨੀ ਆ ਤੇ ਅਗਰ ਤੁਸੀਂ ਇੱਕ ਇਨਸਾਨ ਬਾਰੇ ਗੱਲ ਕਰਨੀ ਆ ਸੈਕਿੰਡ ਪਰਸਨ ਦੇ ਵਿੱਚ, ਤੇ ਉਹਦੇ ਵਾਸਤੇ ਤੁਹਾਨੂੰ ਯੂ ਹੀ ਯੂਜ਼ ਕਰਨਾ ਪਏਗਾ। ਔਰ ਮੰਨ ਲਓ ਕਿ ਅਗਰ ਮੇਰੇ ਸਾਹਮਣੇ ਜਿਹੜੇ ਇਨਸਾਨ ਖੜੇ ਆ ਔਰ ਇਨਸਾਨ ਖੜਾ ਵਾ, ਅਗਰ ਇੱਕ ਇਨਸਾਨ ਖੜਾ ਹੈ ਤੇ ਫਿਰ ਤੂੰ, ਅਗਰ ਜ਼ਿਆਦਾ ਇਨਸਾਨ ਖੜੇ ਆ ਤੇ ਉਹਦੇ ਵਾਸਤੇ ਆਪਾਂ ਕੀ ਲਗਾ ਸਕਦੇ ਆ, ਤੁਸੀਂ। ਜਿੱਦਾਂ ਆਪਾਂ ਯੂ ਨੂੰ ਯੂਜ਼ ਕਰਕੇ ਅਗਰ ਜ਼ਿਆਦਾ ਜਾਣਿਆਂ ਦੀ ਗੱਲ ਕਰਨੀ ਆ ਤੇ ਸਾਨੂੰ ਸਬਜੈਕਟ ਨੂੰ ਚੇਂਜ ਨਹੀਂ ਕਰਨਾ ਪਏਗਾ। ਜਿਸ ਤਰ੍ਹਾਂ ਸਾਨੂੰ ਆਈ ਦੇ ਨਾਲ ਵੀ ਲਗਾਉਣਾ ਪੈਂਦਾ ਹੈ ਨਾ, ਅਗਰ ਜ਼ਿਆਦਾ ਜਾਣਿਆਂ ਬਾਰੇ ਗੱਲ ਕਰਨੀ ਹੋਵੇ, ਸਾਨੂੰ ਯੂ ਦੇ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਪੈਂਦਾ, ਕਿਉਂਕਿ ਇੰਗਲਿਸ਼ ਦੇ ਵਿੱਚ ਇਹਨਾਂ ਨੇ ਸੈਕਿੰਡ ਪਰਸਨ ਵਾਸਤੇ ਸਿੰਗੂਲਰ ਔਰ ਪਲੂਰਲ ਨੂੰ ਸੇਮ ਹੀ ਸਬਜੈਕਟ ਦੇ ਨਾਲ ਰੱਖਿਆ ਹੋਇਆ ਹੈ। ਠੀਕ ਹੈ ਜੀ। ਤਾਂ ਮੰਨ ਲਓ ਅਗਰ ਤੁਸੀਂ ਕਿਸੇ ਇੱਕ ਜਾਣੇ ਨਾਲ ਗੱਲ ਕਰਦੇ ਜੇ ਤੇ ਫਿਰ ਵੀ ਯੂ ਲਗਾਓਗੇ, ਅਗਰ ਤੁਸੀਂ ਜ਼ਿਆਦਾ ਜਾਣਿਆਂ ਨਾਲ ਗੱਲ ਕਰ ਰਹੇ ਜੇ ਤੇ ਫਿਰ ਵੀ ਤੁਸੀਂ ਲਗਾਓਗੇ। ਇਸ ਤਰ੍ਹਾਂ ਹੀ ਸੇਮ ਅਗਰ ਤੁਸੀਂ ਆਪਣੇ ਸੈਂਟੈਂਸ ਦੇ ਵਿੱਚ ਮੰਨ ਲਵੋ, ਜਿੱਦਾਂ ਸਾਡੀ ਲੈਂਗੁਏਜ ਦੇ ਵਿੱਚ ਅਸੀਂ ਆਪਣੇ ਹਾਨ ਦੇ ਬੰਦੇ ਨੂੰ ਤੂੰ ਕਹਿ ਕੇ ਬੁਲਾਉਂਦੇ ਹਾਂ, ਔਰ ਅਗਰ ਉਹ ਸਾਡੇ ਤੋਂ ਵੱਡਾ ਹੋਵੇ ਤੇ ਉਹਨੂੰ ਰਿਸਪੈਕਟ ਦੇਣ ਲਈ ਅਸੀਂ ਤੁਸੀਂ ਕਹਿ ਕੇ ਬੁਲਾਉਂਦੇ ਹਾਂ। ਤੇ ਇਸ ਤਰ੍ਹਾਂ ਹੀ ਅਗਰ ਤੁਸੀਂ ਕਿਸੇ ਆਪਣੇ ਤੋਂ ਵੱਧ ਉਮਰ ਦੇ ਇਨਸਾਨ ਨੂੰ ਰਿਸਪੈਕਟ ਦੇਣਾ ਚਾਹੁੰਦੇ ਹੋ ਤੇ ਤੁਸੀਂ ਯੂ ਹੀ ਲਗਾ ਸਕਦੇ ਹੋ। ਉਹ ਆਟੋਮੈਟਿਕਲੀ ਹੀ ਅਗਰ ਅਗਲਾ ਇਨਸਾਨ ਤੁਹਾਡੇ ਅੱਗੇ ਤੁਹਾਡੀ ਏਜ ਤੋਂ ਵੱਡਾ ਹੋਏਗਾ ਜਾਂ ਤੁਸੀਂ ਉਹਨੂੰ ਰਿਸਪੈਕਟ ਦੇਣੀ ਆ ਤੇ ਉਹ ਤੁਸੀਂ ਦੇ ਨਾਲ ਹੀ ਸੈਂਟੈਂਸ ਗਿਣਿਆ ਜਾਏਗਾ। ਤੋ ਇਹ ਸੈਕਿੰਡ ਪਰਸਨ ਦਾ ਕਨਸੈਪਟ ਹੋ ਗਿਆ ਸਾਡਾ ਕਲੀਅਰ। ਸੈਂਟੈਂਸ ਬਣਾ ਕੇ ਵੇਖਦੇ ਆ ਜੀ ਫਿਰ ਇੱਕ ਵਾਰੀ। ਅਗਰ ਮੈਂ ਤੂੰ ਬਾਰੇ ਗੱਲ ਕਰਨੀ ਆ, ਤੂੰ ਬਹੁਤ ਉੱਚੀ ਬੋਲਦਾ ਹਾਂ, ਤੋ ਸੈਂਟੈਂਸ ਆਏਗਾ ਯੂ ਸਪੀਕ ਲਾਊਡਲੀ। ਮੰਨ ਲਓ ਕਿ ਇਹ ਮੇਰਾ ਭਰਾ ਵਾ ਤੇ ਇਹ ਮੇਰੀ ਉਮਰ ਦਾ ਹੀ ਆ ਜੀ, ਔਰ ਮੇਰੀ ਉਮਰ ਦਾ ਹੈ ਤੇ ਮੈਂ ਇਹਨੂੰ ਕੀ ਕਹਿ ਕੇ ਬੁਲਾਵਾਂਗਾ, ਤੂੰ ਕਹਿ ਕੇ ਬੁਲਾਵਾਂਗਾ। ਮੰਨ ਲਓ ਅਗਰ ਇਹੋ ਹੀ ਗੱਲ ਮੈਂ ਆਪਣੇ ਫਾਦਰ ਸਾਹਿਬ ਨੂੰ ਕਹਿ ਰਿਹਾ ਕਿ ਤੁਸੀਂ ਬਹੁਤ ਉੱਚੀ ਬੋਲਦੇ ਜੇ, ਹੁਣ ਮੇਰੀ ਪੰਜਾਬੀ ਦੇ ਵਿੱਚ ਪਹਿਲਾਂ ਮੈਂ ਤੂੰ ਲਗਾਇਆ ਸੀ, ਹੁਣ ਮੈਂ ਤੁਸੀਂ ਲਗਾ ਰਿਹਾ ਵਾਂ, ਪਰ ਅਸੀਂ ਇੰਗਲਿਸ਼ ਦੇ ਵਿੱਚ ਐਦਾਂ ਦੀ ਕੋਈ ਵੀ ਡਿਫਰੈਂਸ਼ੀਏਸ਼ਨ ਨਹੀਂ ਕਰ ਸਕਦੇ। ਇੰਗਲਿਸ਼ ਦੇ ਵਿੱਚ ਸਾਡੇ ਕੋਲ ਇੱਕੋ ਹੀ ਸਬਜੈਕਟ ਹੁੰਦਾ ਸੈਕਿੰਡ ਪਰਸਨ ਦੇ ਵਿੱਚ, ਔਰ ਉਹ ਹੁੰਦਾ ਹੈ ਯੂ, ਤੇ ਅਸੀਂ ਯੂ ਲਗਾ ਕੇ ਹੀ ਰਿਸਪੈਕਟ ਦੇ ਸਕਦੇ ਹਾਂ। ਯੂ ਸਪੀਕ ਲਾਊਡਲੀ। ਮੰਨ ਲਓ ਸੈਕਿੰਡ ਕੇਸ ਦੇ ਵਿੱਚ ਮੈਂ ਇਹ ਗੱਲ ਕਰ ਰਿਹਾ ਆਪਣੇ ਫਾਦਰ ਸਾਹਿਬ ਦੇ ਨਾਲ, ਤੇ ਇਹਦੇ ਵਿੱਚ ਆਪਣੇ ਆਪ ਹੀ ਇਸ ਯੂ ਨੂੰ ਕੀ ਮੰਨਿਆ ਜਾਏਗਾ, ਤੁਸੀਂ ਮੰਨਿਆ ਜਾਏਗਾ। ਤੋ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਕਨਫਿਊਜ਼ ਹੋਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈਗੀ, ਕਿਉਂਕਿ ਇਹਦੇ ਵਿੱਚ ਸਿੰਗੂਲਰ ਔਰ ਪਲੂਰਲ ਸੈਕਿੰਡ ਪਰਸਨ ਸੇਮ ਹੀ ਰਹਿੰਦੇ ਆ, ਚਾਹੇ ਤੁਸੀਂ ਕੋਈ ਵੀ ਸੈਂਟੈਂਸ ਯੂਜ਼ ਕਰਨਾ ਹੈ ਤੇ ਚਾਹੇ ਤੁਸੀਂ ਕਿਸੇ ਨੂੰ ਵੀ ਕੋਈ ਰਿਸਪੈਕਟ ਦੇਣਾ ਚਾਹੁੰਦੇ ਜੇ। ਬਾਕੀ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹਨੂੰ ਰਿਸਪੈਕਟ ਦੇਣੀ ਆ, ਉਹਦੇ ਨਾਲ ਤੁਹਾਨੂੰ ਯੂ ਹੀ ਲਗਾਉਣਾ ਪਏਗਾ। ਇੰਗਲਿਸ਼ ਦੇ ਵਿੱਚ ਇਹੋ ਜਿਹਾ ਕੋਈ ਵੀ ਸੋਲੂਸ਼ਨ ਨਹੀਂ ਕਿ ਤੁਸੀਂ ਉਸਨੂੰ ਬਦਲ ਕੇ ਰਿਸਪੈਕਟ ਦੇ ਸਕਦੇ ਜੇ, ਤੁਹਾਨੂੰ ਲਗਾਉਣਾ ਯੂ ਹੀ ਪਏਗਾ। ਉਹ ਆਪਣੇ ਆਪ ਹੀ ਇੰਗਲਿਸ਼ ਦੇ ਵਿੱਚ ਜਿਹੜਾ ਅਗਰ ਬੰਦਾ ਸਾਡੇ ਨਾਲੋਂ ਵੱਡਾ ਹੈ ਉਹਦੇ ਲਈ ਰਿਸਪੈਕਟ ਬਣ ਜਾਵੇਗੀ। ਚਲੋ ਜੀ, ਹੁਣ ਅਸੀਂ ਚੱਲਦੇ ਹਾਂ ਆਪਣੇ ਥਰਡ ਪਰਸਨ ਦੇ ਉੱਤੇ। ਥਰਡ ਪਰਸਨ, ਹੁਣ ਜਿੱਦਾਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਆਪਣੀ ਵਾਰਤਾਲਾਪ ਦੇ ਵਿੱਚ ਇੱਕ ਮੈਂ ਗੱਲ ਕਰ ਰਿਹਾ, ਮੈਂ ਮਤਲਬ ਮੈਂ ਗੱਲ ਕਰ ਰਿਹਾ, ਜਿਹਦੇ ਨਾਲ ਗੱਲ ਹੋ ਰਹੀ ਆ ਉਹਨੂੰ ਆਪਾਂ ਤੂੰ ਕਹਿੰਦੇ ਆ। ਹਮੇਸ਼ਾ ਆਪਾਂ ਕਿਸੇ ਬਾਰੇ ਜ਼ਰੂਰ ਗੱਲ ਕਰੀਦੀ ਆ, ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ, ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਆ ਥਰਡ ਪਰਸਨ। ਤੇ ਚਲੋ ਜੀ ਹੁਣ ਥਰਡ ਪਰਸਨ ਬਾਰੇ ਸਿੱਖੀਏ। ਥਰਡ ਪਰਸਨ ਦੇ ਵਿੱਚ ਅਸੀਂ ਜਾਂ ਤੇ ਕਿਸੇ ਲੜਕੇ ਬਾਰੇ, ਜਾਂ ਤੇ ਕਿਸੇ ਲੜਕੀ ਬਾਰੇ, ਜਾਂ ਜ਼ਿਆਦਾ ਜਾਣਿਆਂ ਬਾਰੇ, ਜਾਂ ਕਿਸੇ ਚੀਜ਼ ਬਾਰੇ ਗੱਲ ਕਰ ਸਕਦੇ ਹਾਂ। ਐਗਜ਼ੈਕਟਲੀ ਥਰਡ ਪਰਸਨ ਦੇ ਵਿੱਚ ਵੀ ਸਿੰਗੂਲਰ ਔਰ ਪਲੂਰਲ ਹੁੰਦੇ ਆ, ਪਰ ਥਰਡ ਪਰਸਨ ਦੇ ਵਿੱਚ ਡਿਫਰੈਂਸ ਕੀ ਹੁੰਦਾ ਵਾ, ਥਰਡ ਪਰਸਨ ਦੇ ਵਿੱਚ ਅਸੀਂ ਤੀਸਰੇ ਇਨਸਾਨ ਨੂੰ ਕਿੰਨੇ ਤਰੀਕਿਆਂ ਨਾਲ ਬੁਲਾ ਸਕਦੇ ਹਾਂ। ਮੰਨ ਲਓ ਕਿ ਜਿੱਦਾਂ ਮੈਂ ਆਪਣੇ ਬਾਰੇ ਗੱਲ ਕਰਨੀ ਆ ਤੇ ਆਈ, ਅਗਰ ਮੈਂ ਜ਼ਿਆਦਾ ਜਾਣਿਆਂ ਬਾਰੇ ਗੱਲ ਕਰਨੀ ਆ ਤੇ ਵੀ। ਸੈਕਿੰਡ ਪਰਸਨ ਦੇ ਵਿੱਚ ਅਗਰ ਮੈਂ ਤੂੰ ਕਹਿਣਾ ਜਾਂ ਤੁਸੀਂ ਕਹਿਣਾ ਹੈ ਤੇ ਯੂ ਆਏਗਾ। ਥਰਡ ਪਰਸਨ ਦੇ ਵਿੱਚ ਸਾਨੂੰ ਵੇਖਣਾ ਪੈਂਦਾ ਹੈ ਕਿ ਅਸੀਂ ਲੜਕੇ ਜਾਂ ਕਿਸੇ ਚੀਜ਼ ਬਾਰੇ ਜਾਂ ਜ਼ਿਆਦਾ ਜਾਣਿਆਂ ਬਾਰੇ ਗੱਲ ਕਰ ਰਹੇ ਹਾਂ। ਤਾਂ ਮੰਨ ਲਓ ਕਿ ਅਗਰ ਆਪਾਂ ਥਰਡ ਪਰਸਨ ਦੇ ਵਿੱਚ ਤੀਸਰੇ ਬੰਦੇ ਬਾਰੇ ਗੱਲ ਕਰ ਰਹੇ ਹਾਂ ਔਰ ਉਹ ਗੱਲ ਜਿਹਦੇ ਬਾਰੇ ਕਰ ਰਹੇ ਹਾਂ ਉਹ ਲੜਕਾ ਹੈ, ਉਹਦੇ ਵਾਸਤੇ ਆਪਾਂ ਹੀ ਲਗਾਵਾਂਗੇ। ਅਗਰ ਤੇ ਉਹ ਲੜਕੀ ਆ
फिर आपां उहदे वास्ते शी लगावांगे। तो अगर मान लो कि वो कोई चीज़ आ, कोई जानवर आ, कोई भी ऐसी चीज़ जिहड़ी चल नहीं सकती, तुर नहीं सकती, या कोई जानवर आ या कोई पौधा वा, ਉਹਨੂੰ ਆਪਾਂ अगर पुकारना होवे तो ਉਹਨੂੰ ਆਪਾਂ इट कह के पुकार सकते हैं, इट IT। ठीक है जी। तो कहण दा भाव ये आ मेरा कि थर्ड परसन दे विच तुहानूं तीन चीज़ां दा ध्यान रखना पैना है। ਇਹਦੇ ਵਿੱਚ ਜਿਹੜਾ थर्ड परसन आ ਉਹਦੇ ਵਿੱਚ सब्जैक्ट तीन तरह ਦੇ ਹੁੰਦੇ। एक लड़के वास्ते ही, लड़की वास्ते शी, ते किसी चीज़ या किसी पौधे या किसी जानवर वास्ते इट। तो मान लो कि अगर मैं इन्हां सारियां दी ही गल कर रहा वां थर्ड परसन दे विच, या ज़्यादा जाणियां दी गल कर रहा जिन्हां बारे गल हो रही है वो ज़्यादा जाने आ, ਉਹਦੇ वास्ते मैं लगा सकदा वां दे। पर तुहानूं एक चीज़ का बहुत खास ध्यान रखना पेगा कि ਇਹਦੇ ਵਿੱਚ थर्ड परसन ਦੇ ਨਾਲ ਜਦੋਂ ਅਸੀਂ ਸੈਂਟੈਂਸ ਕਨਵਰਟ ਕਰਨ ਲੱਗਦੇ ਆ ਜਾਂ ਟਰਾਂਸਲੇਟ ਕਰਨ ਲੱਗਦੇ ਆ ਆਪਣੀ ਲੈਂਗੁਏਜ ਦੇ ਵਿੱਚ, ਤੇ ਇਹਨੂੰ ਆਪਾਂ ਉਹ ਕਹਿ ਕੇ ਹੀ ਪੁਕਾਰਦੇ ਆ। ਕਿੱਦਾਂ? ਚਲੋ ਜੀ ਐਗਜ਼ਾਮਪਲ ਦੇ ਨਾਲ ਵੇਖੀਏ। ਹੁਣ ਅਸੀਂ ਐਗਜ਼ਾਮਪਲ ਲੈਨੇ ਆ थर्ड परसन ਦੇ ਵਿੱਚ ਹੀ ਦੀ, और मैं वो सेंटेंस ਤੁਹਾਨੂੰ ट्रांसलेट करके विखावांगा कि ਉਹਦੀ आवाज़ की निकलती है। आ वेखो जी, मैं हुण गल करन लगा है लड़के बारे। ही स्पीक्स इंग्लिश, वो इंग्लिश बोलता है, जिहड़ी कि तुहानूं भी कुछ टाइम तक बोलनी आ जाएगी। इत्थे आपां गल कर रहे हैं मुंडे दी, बॉय दी। हुण इस सेंटेंस नूं अगर आपां पंजाबी च कन्वर्ट करिए तो की आवाज़ निकलती है? वो इंग्लिश बोलता है। तो साडा सेंटेंस की आ गया पंजाबी दे विच? वो इंग्लिश बोलता है। हुण मान लवो मैं ज़्यादा जाणियां बारे गल कर रहा वां, ज़्यादा जाणियां बारे असीं की लगाया सी? सबजैक्ट आएगा प्लूरल दे विच दे। हुण मैं एक दे वाला सेंटेंस बनाउण जा रहा, ਉਹਦੀ आवाज़ असीं पंजाबी च चैक करांगे की निकलती है। यह साडा थर्ड परसन आ गया। दे प्ले फुटबॉल, वो फुटबॉल खेडते हैं। जिस तरह कि मैं तुहानूं दस्सिया सी कि थर्ड परसन दे विच चाहे सिंगुलर की गल हो रही है चाहे प्लूरल की हो रही है, हमेशा जिहड़ा पंजाबी च साउंड निकलेगा वो ही निकलेगा। वो फुटबॉल खेडते हैं। हुण तुसी ये भी पुछोगे कि अगर स्टार्टिंग दे विच पंजाबी दे विच सिंगुलर दे नाल ते प्लूरल दे नाल भी वो लगता है, तो फिर सानू फर्क किद्दां पता लगेगा कि ज़्यादा जाणियां बारे गल हो रही है या एक जाणे बारे गल हो रही है? ਉਹਦਾ भी सल्यूशन है जी। ਉਹਦਾ सल्यूशन ये आ कि तुहानू सेंटेंस दे लास्ट तो वेखना पैना है कि असीं की लगा रहे हैं। मान लो अगर सिंगल बंदे की गल कर रहे जे तुसीं, ਉਹਦੀ आवाज़ निकलेगी कि वो इंग्लिश बोलता है तो वो फुटबॉल खेडते हैं। है और हन दा फर्क आ गया जी ਇਹਦੇ ਵਿੱਚ। ठीक है जी। तो इदां साडे मतलब सेंटेंसिस दे विच पता लग सकता है कि जिहड़ा आपां थर्ड परसन दे विच गल कर रहे हैं वो ज़्यादा जाणियां बारे गल कर रहे हैं या असीं किसी एक बंदे बारे गल कर रहे हैं। ऐदां ही अगर तुसीं किसी जानवर या पौधे की गल कर रहे जे तो ਉਹਦੇ वास्ते तुसीं इट लगा सकते जे। हुण मैं इत्थे एक जानवर की गल करांगा। जानवर की गल करन लई मैं की यूज़ कर सकदा वां? इट। इट barks at strangers। हुण मान लो कि ये मैं इट किसी डॉग की गल कर रहा वां, ठीक है जी, और इट आएगा कि ये अनजाने लोकां अगे या अनजान लोकां अगे भौंकदा है। तो ये साडा हो गया थर्ड परसन। तो एक बारी असीं फिर रिपीट कर लेने आ, थर्ड परसन दे विच सिंगुलर दे विच सानू तीन चीज़ां दा ध्यान रखना पेगा। वो तीन चीज़ां किहड़ियां हैगियां मैं फिर रिपीट कर दिना। वेखो जी, थर्ड परसन दे विच अगर तुसी लड़के बारे गल कर रहे जे तो फिर ही आएगा। अगर तुसी लड़की बारे गल कर रहे जे तो फिर शी आएगा। अगर तुसी किसी जानवर या चीज़ बारे गल कर रहे जे तो फिर इट लगा सकते जे। तो प्लूरल का मैं तुहानूं दस ही चुकिया वां कि प्लूरल दे विच अगर तुसी ज़्यादा जाणियां बारे गल हो रही है तो फिर की लगा सकते जे? तुसी दे लगा सकते जे, तो तुहानूं कोई भी इहो जिहा इशू नहीं आएगा। हुण ये चीज़ तो कॉमन आ और सारे ही समझाते हैं इंग्लिश दे विच कि सिंगुलर की आ प्लूरल की आ। हुण तुसी आ लिस्ट वेखो जी एक बारी फिर चंगी तरह।
ਜਿਹੜੀ ਅਗਲੀ ਐਕਸਰਸਾਈਜ਼ ਆ ਇਹ ਜਿਹੜਾ ਮੈਂ ਤੁਹਾਨੂੰ ਕੰਮ ਸਮਝਾਉਣ ਜਾ ਰਿਹਾ ਵਾਂ ਇਹ ਉਹਦੇ ਵਾਸਤੇ ਕੰਮ ਆਏਗਾ, ਜਿਹੜਾ ਕਿ ਕੁਝ ਲੋਕ ਹੀ ਦੱਸਦੇ ਆ, ਜਿਹਦੇ ਕਰਕੇ ਬਾਅਦ ਵਿੱਚ ਸਿੰਪਲ ਪ੍ਰੈਜ਼ੈਂਟ ਦੇ ਵਿੱਚ ਗ੍ਰਾਮਰ ਦਾ ਇੱਕ ਰੂਲ ਹੈ, ਜਦੋਂ ਆਪਾਂ ਟੈਂਸ ਬਣਾਉਣਾ ਹੁੰਦਾ ਹੈ ਉਹਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ। ਉਹ ਮੈਂ ਤੁਹਾਨੂੰ ਹੁਣੇ ਹੀ ਦੱਸਣ ਜਾ ਰਿਹਾ ਕਿ ਉਹ ਕੀ ਇਸ਼ੂ ਹੈ। ਮੰਨ ਲਓ ਕਿ ਹੁਣ ਆ ਲਿਸਟ ਦੇ ਵਿੱਚ ਹੁਣ ਇੰਗਲਿਸ਼ ਕੀ ਕਹਿੰਦੀ ਆ ਕਿ ਆਈ ਸਿੰਗੂਲਰ ਹੈ ਫਸਟ ਪਰਸਨ 'ਚ, ਸੈਕਿੰਡ ਪਰਸਨ 'ਚ ਯੂ ਸਿੰਗੂਲਰ ਹੈ ਔਰ ਥਰਡ ਪਰਸਨ ਦੇ ਵਿੱਚ ਹੀ ਸ਼ੀ ਇਟ ਸਿੰਗੂਲਰ ਹਨ, ਠੀਕ ਆ। ਪਰ ਜਦੋਂ ਅਸੀਂ ਸੈਂਟੈਂਸ ਬਣਾਉਣ ਲੱਗਦੇ ਹਾਂ ਤੇ ਸੈਂਟੈਂਸ ਬਣਾਉਣ ਲੱਗਿਆਂ ਅਸੀਂ ਇੱਕ ਐਸ ਵਾਲਾ ਰੂਲ ਲਗਾਈਦਾ ਹੈ ਸਿੰਪਲ ਪ੍ਰੈਜ਼ੈਂਟ ਟੈਂਸ ਦੇ ਵਿੱਚ, ਜਿਹੜਾ ਕਿ ਮੈਂ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਦੱਸਾਂਗਾ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਉਸ ਕੇਸ ਦੇ ਵਿੱਚ ਇਹ ਕਹਿੰਦੇ ਆ ਕਿ ਸਾਡਾ ਜਿਹੜਾ ਤੁਸੀਂ ਜਦੋਂ ਐਸ ਵਾਲਾ ਰੂਲ ਲਗਾਉਣਾ ਹੈ ਤੇ ਆਈ ਨੂੰ ਵੀ ਪਲੂਰਲ ਹੀ ਮੰਨਿਆ ਜਾਏਗਾ, ਆਈ ਨੂੰ ਵੀ ਪਲੂਰਲ ਹੀ ਮੰਨਿਆ ਜਾਏਗਾ ਔਰ ਸੈਕਿੰਡ ਪਰਸਨ ਦੇ ਸਿੰਗੂਲਰ ਯੂ ਵਾਲੇ ਨੂੰ ਵੀ ਪਲੂਰਲ ਹੀ ਮੰਨਿਆ ਜਾਏਗਾ। ਮਤਲਬ ਅਗਰ ਤੁਸੀਂ ਐਸ ਵਾਲਾ ਰੂਲ ਲਗਾਉਣ ਲੱਗੇ ਜੇ ਤੇ ਉਹਦੇ ਵਿੱਚ ਆਈ ਔਰ ਯੂ ਵੀ ਪਲੂਰਲ ਹੀ ਮੰਨੇ ਜਾਣਗੇ, ਜਦ ਕਿ ਇਸ ਲਿਸਟ ਦੇ ਵਿੱਚ ਸਿੰਗੂਲਰ ਦੇ ਵਿੱਚ ਆਈ ਔਰ ਯੂ ਆਂਦਾ ਹੈ, ਪਲੂਰਲ ਦੇ ਵਿੱਚ ਵੀ ਔਰ ਯੂ ਆਂਦਾ ਹੈ। ਪਰ ਜਦੋਂ ਅਸੀਂ ਐਸ ਵਾਲੇ ਰੂਲ ਦੀ ਗੱਲ ਕਰਨ ਲੱਗਦੇ ਹਾਂ ਤੇ ਫਿਰ ਉਦੋਂ ਆਪਾਂ ਆਈ ਔਰ ਯੂ ਨੂੰ ਵੀ ਪਲੂਰਲ ਹੀ ਮੰਨਦੇ ਹਾਂ। ਇਸ ਦੇ ਨਾਲ ਨਾ ਸਮਝਣ ਦੇ ਨਾਲ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਆ। ਉਹ ਕੀ ਕਰਦੇ ਆ, ਉਹ ਇਹਨੂੰ ਵੀ ਸਿੰਗੂਲਰ ਹੀ ਸਮਝਦੇ ਆ ਐਸ ਲਗਾਉਣ ਵਾਲੀ ਲਿਸਟ ਦੇ ਵਿੱਚ। ਪਰ ਇੱਕ ਵਾਰੀ ਫੇਰ ਸੁਣ ਲਓ ਜੀ, ਆਈ ਐਂਡ ਯੂ ਪਲੂਰਲ ਹੀ ਮੰਨਿਆ ਜਾਂਦਾ ਹੈ ਜਦੋਂ ਅਸੀਂ ਵਰਬ ਵਾਲਾ ਰੂਲ ਲਗਾਉਣ ਲੱਗਦੇ ਹਾਂ, ਠੀਕ ਹੈ ਜੀ। ਤੋ ਅੱਜ ਲਈ ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਹੋ ਗਿਆ ਹੈਗਾ ਮੇਰਾ ਅੱਜ ਦਾ ਮਕਸਦ ਕੀ ਸੀ ਟੌਪਿਕ ਦਾ, ਔਰ ਅੱਗੇ ਫਿਰ ਮੈਂ ਗ੍ਰਾਮਰ ਵਾਸਤੇ ਵਧੀਆ ਚੀਜ਼ਾਂ ਤੁਹਾਨੂੰ ਸਮਝਾਉਣ ਲਈ ਆਵਾਂਗਾ, ਠੀਕ ਆ। ਮੇਰੇ ਨਾਲ ਜੁੜੇ ਰਹਿਣਾ ਜੀ ਔਰ ਇਸ ਨੂੰ ਚੰਗੀ ਤਰ੍ਹਾਂ ਸਿੱਖਣਾ। ਹਾਂ, ਅਗਰ ਤੁਸੀਂ ਇਸ ਐਕਸਰਸਾਈਜ਼ ਬਾਰੇ ਜਾਂ ਇਸ ਸਿੰਗੂਲਰ ਔਰ ਪਲੂਰਲ ਦੇ ਟੌਪਿਕ ਬਾਰੇ ਕੁਝ ਪੁੱਛਣਾ ਚਾਹੁੰਦੇ ਜੇ ਤੁਸੀਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਜੇ, ਤੁਹਾਨੂੰ ਰਿਪਲਾਈ ਮੈਂ ਕੋਸ਼ਿਸ਼ ਕਰਾਂਗਾ ਉਸੇ ਵੇਲੇ ਕਰਨ ਦੀ ਜੀ, ਠੀਕ ਹੈ ਜੀ। ਤੁਹਾਨੂੰ ਕੋਈ ਵੀ ਕਨਫਿਊਜ਼ਨ ਹੋਵੇ ਤੁਸੀਂ ਦੁਬਾਰਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਰਿਪੀਟ ਕਰ ਸਕਦੇ ਜੇ ਕਿ ਇਹਦਾ ਕੀ ਮਤਲਬ ਹੈਗਾ, ਠੀਕ ਹੈ ਜੀ। ਆਈ ਵਿਲ ਬੀ ਵਿਲਿੰਗ ਟੂ ਮੇਕ ਯੂ ਅੰਡਰਸਟੈਂਡ, ਡੋਂਟ ਵਰੀ ਵਾਈਲ ਆਸਕਿੰਗ ਮੀ ਕਿ ਇਹ ਕਨਸੈਪਟ ਕਿੱਦਾਂ ਆਇਆ ਔਰ ਕਿਸ ਤਰ੍ਹਾਂ ਇਹਨੂੰ ਆਪਾਂ ਗਿਣਦੇ ਹਾਂ। ਅਗਲੀ ਐਕਸਰਸਾਈਜ਼ ਮੈਂ ਤੁਹਾਡੇ ਵਾਸਤੇ ਟੈਂਸਿਸ ਦੀ ਲੈ ਕੇ ਆਵਾਂਗਾ, ਜਿਹਦੇ ਵਿੱਚ ਅਸੀਂ ਸੇਮ ਇੰਪਲੀਮੈਂਟੇਸ਼ਨ ਕਰਾਂਗੇ ਜਿਹੜਾ ਮੈਂ ਤੁਹਾਨੂੰ ਹੁਣੇ ਇਹ ਰੂਲ ਸਮਝਾ ਕੇ ਹਟਿਆ ਕਿ ਆਈ ਔਰ ਯੂ ਨੂੰ ਪਲੂਰਲ ਮੰਨਿਆ ਜਾਂਦਾ ਵਾ ਜਦੋਂ ਆਪਾਂ ਐਸ ਵਾਲਾ ਰੂਲ ਬਣਾਉਣ ਲੱਗਦੇ ਹਾਂ, ਠੀਕ ਹੈ ਜੀ, ਜਾਂ ਲਗਾਉਣ ਲੱਗਦੇ ਹਾਂ। ਠੀਕ, ਹੁਣ ਮੈਨੂੰ ਹੋਪ ਆ ਕਿ ਤੁਹਾਨੂੰ ਇਹ ਸਾਰਾ ਕੁਝ ਸਮਝ ਆ ਗਿਆ ਹੋਏਗਾ। ਮੈਂ ਇੱਕ ਵਾਰੀ ਫੇਰ 2-3 ਮਿੰਟ ਲਈ ਇਹ ਰਿਪੀਟ ਕਰ ਦਿੰਦਾ ਹੈ ਤਾਂ ਕਿ ਦੁਬਾਰਾ ਇੱਕ ਵਾਰੀ ਤੁਸੀਂ ਰੀਫਰੈਸ਼ ਕਰ ਲਓ ਕਿ ਆਪਾਂ ਕੀ ਸਿੱਖਿਆ ਸੀ। ਵੇਖੋ ਜੀ, ਸਬਜੈਕਟ ਦੇ ਵਿੱਚ 3 ਤਰ੍ਹਾਂ ਦੇ ਸਬਜੈਕਟ ਹੁੰਦੇ ਆ ਇੰਗਲਿਸ਼ ਦੇ ਵਿੱਚ, ਫਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ। ਫਸਟ ਪਰਸਨ ਮੈਂ ਜਿੱਦਾਂ ਗੱਲ ਕਰ ਰਿਹਾ ਵਾਂ, ਠੀਕ ਹੈ ਜੀ। ਸੈਕਿੰਡ ਪਰਸਨ ਤੁਸੀਂ ਜੇ ਜਿਨ੍ਹਾਂ ਨਾਲ ਗੱਲ ਕਰ ਰਿਹਾ, ਜਿਨ੍ਹਾਂ ਨੂੰ ਮੈਂ ਤੁਸੀਂ ਕਹਿ ਕੇ ਬੁਲਾ ਰਿਹਾ, ਹਾਲਾਂਕਿ ਮੈਂ ਤੁਹਾਨੂੰ ਯੂ ਦੇ ਨਾਲ ਹੀ ਪੁਕਾਰਾਂਗਾ, ਪਰ ਰਿਸਪੈਕਟ ਮੈਂ ਤੁਹਾਨੂੰ ਦੱਸਿਆ ਹੈ ਕਿ ਏਜ ਦੇ ਜਾਂ ਫੀਲਡ ਦੇ ਅਕੋਰਡਿੰਗਲੀ ਉਹ ਆਪਣੇ ਆਪ ਹੀ ਬਣ ਜਾਵੇਗੀ। ਤੇ ਥਰਡ ਪਰਸਨ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਥਰਡ ਪਰਸਨ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਡਿਫਿਕਲਟੀ ਕਰਨੀ ਪਏਗੀ। ਥਰਡ ਪਰਸਨ ਦੇ ਵਿੱਚ ਤੁਹਾਨੂੰ 3 ਚੀਜ਼ਾਂ ਵੱਖਰੀਆਂ ਵੰਡਣੀਆਂ ਪਏਗੀਆਂ। ਅਗਰ ਇੱਕ ਇਕੱਲੇ ਮੁੰਡੇ ਬਾਰੇ ਗੱਲ ਕਰ ਰਹੇ ਜੇ, ਅਕੇਲੀ ਲੜਕੀ ਬਾਰੇ ਗੱਲ ਕਰ ਰਹੇ ਜੇ, ਜਾਂ ਇਕੱਲੀ ਕਿਸੇ ਚੀਜ਼ ਬਾਰੇ ਗੱਲ ਕਰ ਰਹੇ ਜੇ, ਔਰ ਥਰਡ ਪਰਸਨ ਦੇ ਵਿੱਚ ਪਲੂਰਲ ਜਿਹੜਾ ਮੰਨਿਆ ਜਾਏਗਾ ਉਹ ਦੇ ਮੰਨਿਆ ਜਾਏਗਾ। ਅਸੀਂ ਇੱਕ ਵਾਰੀ ਫਿਰ ਰਿਪੀਟ ਕਰ ਲਏ। ਸਿੰਗਲ ਫਸਟ ਪਰਸਨ ਦੇ ਵਿੱਚ ਸਿੰਗੂਲਰ ਨੂੰ ਕਹਿੰਦੇ ਨੇ ਆਈ, ਮੈਂ, ਪਲੂਰਲ ਨੂੰ ਕਹਿੰਦੇ ਨੇ ਅਸੀਂ, ਵੀ। ਸੈਕਿੰਡ ਪਰਸਨ ਦੇ ਵਿੱਚ ਤੂੰ ਨੂੰ ਯੂ ਕਿਹਾ ਜਾਂਦਾ ਔਰ ਤੁਸੀਂ ਨੂੰ ਵੀ ਯੂ ਹੀ ਕਿਹਾ ਜਾਂਦਾ, ਠੀਕ ਹੈ ਜੀ। ਥਰਡ ਪਰਸਨ ਦੇ ਵਿੱਚ ਮੰਨ ਲਓ ਕਿ ਅਗਰ ਕੋਈ ਲੜਕਾ ਹੈ ਜਿਹਦੇ ਬਾਰੇ ਗੱਲ ਹੋ ਰਹੀ ਹੈ, ਮੇਬੀ ਉਹ ਤੁਹਾਡਾ ਭਰਾ ਹੋ ਸਕਦਾ ਹੈ, ਤੁਹਾਡੇ ਫਾਦਰ ਹੋ ਸਕਦੇ ਆ, ਠੀਕ ਹੈ ਜੀ, ਤੁਹਾਡੇ ਅੰਕਲ ਹੋ ਸਕਦੇ ਆ, ਤੇ ਉਹਨਾਂ ਨੂੰ ਅਸੀਂ ਹੀ ਦੇ ਨਾਮ ਨਾਲ ਪੁਕਾਰਾਂਗੇ। ਅਗਰ ਉਹ ਲੜਕੀ ਹੈ ਤੇ ਫਿਰ ਅਸੀਂ ਸ਼ੀ ਕਵਾਂਗੇ, ਤੇ ਅਗਰ ਕੋਈ ਚੀਜ਼ ਜਾਂ ਕੋਈ ਪ੍ਰਾਣੀ ਜਾਂ ਕੋਈ ਵਸਤੂ ਆ ਤੇ ਉਹਦੇ ਵਾਸਤੇ ਅਸੀਂ ਇਟ ਕਵਾਂਗੇ। ਤੇ ਮੰਨ ਲਓ ਇਹ ਸਾਰੇ ਜਾਣੇ ਇਕੱਠੇ ਹੋ ਜਾਣ, ਤੁਹਾਡੇ ਅੰਕਲ, ਤੁਹਾਡਾ ਬ੍ਰਦਰ ਔਰ ਚੀਜ਼ਾਂ ਔਰ ਜੋ ਵੀ ਪੌਦੇ ਆ, ਤੇ ਫਿਰ ਅਸੀਂ ਉਹਨਾਂ ਨੂੰ ਦੇ ਕਹਿ ਕੇ ਪੁਕਾਰਾਂਗੇ। ਆਈ ਹੋਪ ਕਿ ਚੰਗੀ ਤਰ੍ਹਾਂ ਤੁਹਾਨੂੰ ਅੰਡਰਸਟੈਂਡ ਹੋ ਗਿਆ ਹੋਏਗਾ। ਵਿਲ ਸੀ ਯੂ ਅਗੇਨ ਗਾਈਸ, ਸਟੇ ਟਿਊਨ ਐਂਡ ਨੈਵਰ ਫੋਰਗੇਟ ਟੂ ਸਬਸਕ੍ਰਾਈਬ ਆवर ਚੈਨਲ।